ਭਾਈ ਇੱਕ ਹਿੰਮਤ ਭਾਜੀ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਮੈਂ। ਹੈਲੋ ਹਾਂਜੀ 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 ਭਾਈ, ਇੱਕ ਗੱਲ ਨਾ ਜਿਹੜੀ ਇੱਕ ਹੁਣ ਪੰਜਾਬ ਦੇ ਵਿੱਚ ਆਮ ਹੀ ਬੋਲੀ ਜਾਂਦੀ ਹੈ ਵੀ ਜਿਹੜਾ ਇੰਡੀਆ ਆ ਉਹ ਇੰਨੇ ਸੌ ਸਾਲ ਉਹ ਗੁਲਾਮ ਰਿਹਾ ਤੇ ਪੰਜਾਬ 100 ਸਾਲ ਜਾਂ ਪਤਾ ਨਹੀਂ 50 ਸਾਲ ਗੁਲਾਮ ਰਿਹਾ। ਤੇ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਵੀ ਜਦੋਂ ਇੰਡੀਆ ਦੇ ਉੱਤੇ ਜਦੋਂ ਮੁਸਲਮਾਨਾਂ ਨੇ ਜਾਂ ਤੁਰਕੀਆਂ ਨੇ ਵੀ ਆਕਰਮਣ ਸਟਾਰਟ ਕੀਤਾ, ਐਂਟਰੀ ਸਟਾਰਟ ਕੀਤੀ ਹੈ ਨਾ, ਕੰਕਰ ਕਰਨਾ ਸ਼ੁਰੂ ਕੀਤਾ 712 ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਐਂਟਰੀ ਮਾਰੀ ਸੀਗੀ। ਤੇ ਉਹ ਤੋਂ ਲੈ ਕੇ ਹੁਣ ਤੋਂ ਗੁਰੂ ਨਾਨਕ ਦੇਵ ਜੀ 1539 ਉਹ 1469 1539 ਤੱਕ ਆਇਆ। ਫਿਰ ਇੱਥੇ ਤੱਕ ਤਾਂ ਫਿਰ ਇੰਡੀਆ ਦੇ ਵਿੱਚ ਸਾਰੇ ਹਿੰਦੂ ਖਤਮ ਹੋ ਜਾਣੇ ਚਾਹੀਦੇ ਸੀਗੇ। ਦੋ ਚੀਜ਼ਾਂ ਇਹਦੇ ਉੱਤੇ ਦੇਖੋ। ਹਾਂਜੀ, ਜੇ ਇੱਕ ਇਹ ਹੋਰ ਵਾਲਾ ਗੱਲ ਮੈਂ ਰੂਲ ਪਿੱਛੇ ਪੁਆਇੰਟ ਐਡ ਕਰ ਦੇਣਾ ਚਾਹੁੰਦਾ। ਨਹੀਂ, ਰੁਕੋ ਇੱਕ ਰੁਕੋ ਪਿੱਛੇ, ਰੁਕੋ ਰੁਕੋ ਪਹਿਲਾਂ ਹਾਂਜੀ ਇਹਨੂੰ ਬੋਲੋ। ਆਪਾਂ ਐਡਰੈਸ ਕਰ ਲਈਏ। ਓਕੇ, ਜੇ ਇਹ ਵਾਲਾ ਤੁਸੀਂ ਰੂਲ ਅਪਲਾਈ ਕਰਨਾ ਨਾ ਕਿ ਪੰਜਾਬ 100 ਸਾਲ ਗੁਲਾਮ ਰਿਹਾ ਵਾ ਤੇ ਬਾਕੀ ਇੰਡੀਆ 200 ਸਾਲ ਗੁਲਾਮ ਰਿਹਾ ਵਾ, ਫਿਰ ਇਸ ਹਿਸਾਬ ਨਾਲ ਰਾਜਸਥਾਨ ਤਾਂ ਫਿਰ ਕਦੀ ਵੀ ਨਹੀਂ ਗੁਲਾਮ ਰਿਹਾ। ਰਾਜਸਥਾਨ ਤਾਂ ਕਦੀ ਵੀ ਨਹੀਂ ਗੁਲਾਮ ਰਿਹਾ ਮੇਰੇ ਹਿਸਾਬ ਨਾਲ। ਕਿਉਂਕਿ ਜੇ ਹੁਣ ਇਹ ਹੈ ਨਾ ਵੀ ਅੰਗਰੇਜ਼ਾਂ ਦੇ ਅੰਡਰ ਆਉਣ ਦੀ ਗੱਲ ਹੈ ਨਾ, ਜੇ ਤੁਸੀਂ ਅੰਗਰੇਜ਼ਾਂ ਦੇ ਅੰਡਰ ਆਉਣ ਨੂੰ ਪੈਮਾਨਾ ਰੱਖਣਾ ਵੀ ਅੰਗਰੇਜ਼ਾਂ ਨੇ ਪੰਜਾਬ ਨੂੰ ਕੰਟਰੋਲ ਕੀਤਾ 1840 ਤੋਂ ਬਾਅਦ, ਠੀਕ ਹੈ ਨਾ, 1839 ਤੋਂ ਬਾਅਦ, ਤੇ ਹਾਂਜੀ ਹਾਂਜੀ ਫਿਰ ਹਾਂਜੀ ਡਾਇਰੈਕਟਲੀ ਤਾਂ ਰਾਜਸਥਾਨ ਦੇ ਵਿੱਚ ਐਂਡ ਤੱਕ ਰਜਵਾੜੇ ਰਾਜ ਕਰਦੇ ਰਹੇ ਆ। ਤੇ ਜਿੰਨੀਆਂ ਹੁਣ ਵੀ ਕਰਦੇ ਆ ਜੀ। ਪ੍ਰਿੰਸਲੀ ਸਟੇਟਸ ਆ ਜਿਹੜੀਆਂ, ਉਹਦੇ ਵਿੱਚ ਵੀ ਉਹ ਡਾਇਰੈਕਟਲੀ ਮਤਲਬ ਕਹਿ ਲਓ ਵੀ ਇਨਡਾਇਰੈਕਟਲੀ ਅੰਗਰੇਜ਼ ਦੇ ਥੱਲੇ ਸੀਗੀਆਂ। ਡਾਇਰੈਕਟਲੀ ਤਾਂ ਉਹ ਉਦੋਂ ਵੀ ਨਹੀਂ ਸੀਗੀਆਂ ਉਹ ਅੰਗਰੇਜ਼ਾਂ ਦੇ ਥੱਲੇ। ਇਹ ਪ੍ਰੈਜ਼ੀਡੈਂਟ ਤੁਸੀਂ ਸੈੱਟ ਕਰਨਾ ਵੀ ਸਾਡੇ ਉੱਤੇ ਅੰਗਰੇਜ਼ਾਂ ਨੇ ਇਦੋਂ ਸਾਨੂੰ ਐਗਜ਼ਾਈਲ ਕੀਤਾ, ਠੀਕ ਨਹੀਂ, ਸਾਡੇ ਰਾਜ ਨੂੰ ਇਸ ਸਮੇਂ ਐਗਜ਼ਾਈਲ ਕੀਤਾ। ਫਿਰ ਇਸ ਹਿਸਾਬ ਨਾਲ ਰਾਜਸਥਾਨ ਦਾ ਪੂਰੇ ਦਾ ਪੂਰਾ ਜਿਹੜਾ ਉਹ ਤਾਂ ਫਿਰ 1947 ਤੱਕ ਯਾਦ ਰਿਹਾ ਵਾ। ਉਹਨਾਂ ਨੂੰ ਸਮਝਦਾ ਕਿ ਨਹੀਂ, ਉਹਨਾਂ ਨੂੰ ਤਾਂ ਗੋਰਿਆਂ ਨੇ ਡਾਇਰੈਕਟਲੀ ਕਦੀ ਵੀ ਨਹੀਂ ਐਗਜ਼ਾਈਲ ਕੀਤਾ। ਇਹ ਵੀ ਸਹੀ ਗੱਲ ਆ। ਤੇ ਇੱਕ ਗੱਲ ਹੋਰ ਮੈਂ ਇਹਦੇ ਵਿੱਚ ਐਡ ਕਰਨੀ ਸੀਗੀ ਵੀ ਜਿਵੇਂ ਕਹਿੰਦੇ ਵੀ ਪੰਜਾਬ ਉਹ ਮਤਲਬ ਪੰਜਾਬੀਆਂ ਨੂੰ ਜ਼ਿਆਦਾ ਫੂਕ ਸਿਖਾਉਣ ਕਰਕੇ ਮੈਨੂੰ ਲੱਗਦਾ ਐਵੇਂ ਬੋਲਿਆ ਜਾਂਦਾ ਹੈ। ਤੇ ਇੱਕ ਨਾ ਗੱਲ ਐਵੇਂ ਇਹੀ ਇਹਦੇ ਵਿੱਚ ਹੀ ਐਡ ਵੀ ਜਿਵੇਂ ਮੰਨ ਲਓ ਕਹਿੰਦੇ ਵੀ ਜੇ ਮਤਲਬ ਮੁਸਲਮਾਨਾਂ ਨੇ ਐਂਟਰੀ ਕਰੀ ਹੈ ਤੇ ਮੁਸਲਮਾਨ ਪੰਜਾਬ ਦੇ ਵਿੱਚ ਕ੍ਰਾਸ ਹੋ ਕੇ ਗਏ ਨੇ, ਜਾਂ ਤਾਂ ਪੰਜਾਬੀਆਂ ਨੇ ਜਾਂ ਤਾਂ ਉਹਨਾਂ ਨੂੰ ਆਰਾਮ ਨਾਲ ਆਣ ਦੇਤਾ, ਜਾਂ ਤਾਂ ਉਹਨਾਂ ਦੀ ਸਪੋਰਟ ਕੀਤੀ ਆ। ਜੇ ਉਹਨਾਂ ਲੜੇ ਆ, ਜੇ ਲੜ ਕੇ ਫਿਰ ਲੜਨ ਤੋਂ ਬਾਅਦ ਵੀ ਉਹ ਪੰਜਾਬੀਆਂ ਨੂੰ ਦਰੜ ਕੇ ਹੀ ਗਏ ਆ, ਉਹ ਦੋ ਹੀ ਗੱਲਾਂ ਹੋ ਦੇਖੋ ਸਕਦੀਆਂ ਨਾ ਵਿੱਚ। ਦੋ ਗੱਲਾਂ ਫਿਰ ਇਹਦੇ ਵਿੱਚ ਇਹੀ ਆ। ਇੱਕ ਤਾਂ ਉਹ ਪੰਜਾਬੀ ਸੀਗੇ ਜਿਹੜੇ ਦੂਰੋਂ ਘੋੜਿਆਂ ਦੀਆਂ ਟਾਪਾਂ ਸੁਣ ਕੇ ਹੀ ਪਹਿਲਾਂ ਹੀ ਕਲਮੇ ਪੜਨ ਲੱਗ ਪਏ ਸੀਗੇ, ਠੀਕ ਨਹੀਂ, ਜਿਹੜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਇੱਧਰਲੇ ਬੰਨੇ ਵੈਸਟ ਵਾਲੇ ਬੰਨੇ ਪੰਜਾਬ ਵਾਲਾ ਦੇਖਦੇ ਆ, ਠੀਕ ਨਹੀਂ। ਪੰਜਾਬ 50 ਆਈ ਥਿੰਕ 60 ਯੂਨਾਈਟਿਡ ਪੰਜਾਬ ਜਿਹੜਾ ਹੈਗਾ ਉਹਦੇ ਵਿੱਚ ਮੈਜੋਰਿਟੀ ਮੁਸਲਮਾਨ ਸੀਗੇ। ਉਹ ਉਹੀ ਸੀਗੇ ਮੈਜੋਰਿਟੀ ਲੋਕ ਜਿਹੜੇ ਸੀਗੇ ਉਹ ਮਤਲਬ ਕਹਿ ਲਓ ਵੀ ਹੱਲੇ ਗੁੱਲੇ ਦੇ ਵਿੱਚ ਯਾਨੀ ਕਿ ਮੁਸਲਮਾਨ ਬਣ ਗਏ ਸੀਗੇ ਵੀ ਠੀਕ ਹੈ ਅਸੀਂ ਪਹਿਲਾਂ ਹੀ ਮੁਸਲਮਾਨ ਬਣ ਜਾਂਦੇ, ਠੀਕ ਨਹੀਂ। ਤੇ ਜਿਹੜੇ ਆਪਣੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਹਿੰਦੂ ਸਿੱਖ ਅੱਜ ਦੀ ਡੇਟ ਦੇ ਵਿੱਚ ਹੈਗੇ ਆ, ਉਹ ਇਹਨਾਂ ਦੇ ਬੜੇ ਨਹੀਂ ਕਨਵਰਟ ਹੋਏ। ਲੜਨਾ ਮਨਜ਼ੂਰ ਕੀਤਾ, ਜਜ਼ੀਆ ਦੇਣਾ ਮਨਜ਼ੂਰ ਕੀਤਾ, ਜੰਗਲਾਂ 'ਚ ਰਹਿਣਾ ਮਨਜ਼ੂਰ ਕੀਤਾ, ਪਰ ਕਨਵਰਟ ਨਹੀਂ ਹੋਏ। ਨਾ ਗੁਲਾਮੀ, ਓਕੇ, ਗੁਲਾਮੀ ਨੂੰ ਮਨਜ਼ੂਰ ਕਰਨਾ ਇਹੀ ਹੁੰਦਾ ਵੀ ਤੁਸੀਂ ਉਹਨਾਂ ਦਾ ਰਾਜ ਈਨ ਮੰਨ ਲਈ, ਉਹਨਾਂ ਦੀ ਈਨ ਮੰਨ ਕੇ ਤੁਸੀਂ ਕਨਵਰਟ ਹੋ ਗਏ। ਗੁਲਾਮੀ ਤੇ ਈਨ ਜਿਹੜੇ ਮੁਸਲਮਾਨ ਪੰਜਾਬੀ ਰਾਜਪੂਤ ਜੱਟ ਕਬੋ ਲੋਹਾਰ ਸ਼ਿੰਬੇ ਜਿੰਨੇ ਵੀ ਆ ਜਿਹੜੇ ਅੱਜ ਦੀ ਡੇਟ 'ਚ ਬਣੇ ਹੋਏ ਆ, ਇਹਨਾਂ ਨੇ ਗੁਲਾਮੀ ਉਹਨਾਂ ਦੀ ਕਬੂਲ ਕੀਤੀ ਸੀ। ਜਿਹੜਾ ਹਿੰਦੂ ਤੇ ਸਿੱਖ ਅੱਜ ਦੀ ਡੇਟ ਦੇ ਵਿੱਚ ਵੀ ਹਿੰਦੂ ਤੇ ਸਿੱਖ ਆ, ਉਹਨਾਂ ਤਾਂ ਕਦੀ ਵੀ ਨਹੀਂ ਗੁਲਾਮੀ ਉਹਨਾਂ ਦੀ ਐਕਸੈਪਟ ਕੀਤੀ। ਹਾਂਜੀ ਹਾਂਜੀ, ਇਹ ਗੱਲ ਬਿਲਕੁਲ ਸਹੀ ਹੈ। ਸਿੱਖ ਤੇ ਹਿੰਦੂ ਹੈ ਨਾ, ਤਾਈਓ ਤਾਂ ਅਸੀਂ ਅੱਜ ਦੀ ਡੇਟ ਦੇ ਵਿੱਚ ਹਿੰਦੂ ਤੇ ਸਿੱਖ ਹੈਗੇ ਆ। ਹਾਂਜੀ ਹਾਂਜੀ, ਜੇ ਉਹਨਾਂ ਦੀ ਈਨ ਮੰਨ ਲੈਂਦੇ ਤੇ ਫਿਰ ਅਸੀਂ ਹਿੰਦੂ ਤੇ ਸਿੱਖ ਥੋੜੀ ਨਾ ਹੋਣਾ ਸੀ ਅਸੀਂ ਅੱਜ ਦੀ ਡੇਟ ਦੇ ਵਿੱਚ। ਹਾਂਜੀ ਮੈਂ ਉਹੀ ਤਾਂ ਗੱਲ ਸਰ ਮੈਂ ਕਹਿਣਾ ਜਿਹੜਾ ਵੀ ਇਹਨਾਂ ਪੰਜਾਬੀਆਂ ਨੂੰ, ਇੱਕ ਉਹ ਜਿਹੜਾ ਬਲਕੌਰ ਸਿੰਘ ਨੀ ਹੈਗਾ, ਇੱਕ ਨਵਾਂ ਜਿਹਾ ਬੁੜਾ ਜਿਹਾ ਯਾਰ ਚਿੱਟੀ ਦਾੜੀ ਵਾਲਾ, ਇੱਕ ਤਾਂ ਮੈਨੂੰ ਮੈਂ ਕਹਿੰਦਾ ਜਿੰਨੇ ਵੀ ਯਾਰ ਉੱਠਦੇ ਚਿੱਟੀ ਦਾੜੀ ਵਾਲੇ ਉੱਠਦੇ ਯਾਰ। ਮੈਂ ਕਹਿੰਦਾ ਇਹਨੂੰ ਕੋਈ ਰੰਗ ਰੂੰਗੇ ਕਰਾ ਦੋ ਇਹਨਾਂ ਨੂੰ। ਮੈਂ ਤਾਂ ਇੰਨਾ ਤੰਗ ਹੈ, ਮੈਂ ਕਿਸੇ ਵੀਡੀਓ 'ਚ ਦੇਖਿਆ ਚਿੱਟੀ ਦਾੜੀ ਵਾਲਾ ਵੀ ਬੋਲ ਰਿਹਾ। ਕਾਲੀ ਵਾਲਾ ਵੀ, ਹਿੰਮਤ ਭਾਈ ਕਾਲੀ ਵਾਲਾ ਵੀ ਆ ਗਿਆ ਵਾ। I would like to add what Himmat bhai said. I would like to add कि DSP भाई जो आप कह रहे थे ना, जो वो अंग्रेजों की कॉन्क्वेस्ट ईस्ट टू वेस्ट स्टार्ट हुई थी, वो बंगाल से पंजाब गए थे, मुसलमानों की कॉन्क्वेस्ट वेस्ट टू ईस्ट स्टार्ट हुई थी और बहुत ही स्लो थी। एंड और आज जो हिम्मत भाई कह रहे थे जिन इंडियंस ने गुलामी, नहीं सर मैं एक गल ऐड करता हूँ, यहीं पे एक बात ऐड कर देता हूँ मैं। सर मैं ये कह रहा हूँ अभी मैं गुलामी की बात कर रहा हूँ भी पंजाबियों को ये नॉर्मली बोला जाता है कि भी हिंदुस्तान ज्यादा टाइम गुलाम रहा है और पंजाब कम टाइम गुलाम रहा है। मुझे लगता है कि पंजाब ज्यादा टाइम सफर हुआ है क्योंकि जितना भी कंकर हुआ है पंजाब साइड से एंट्री हुई है। सारे इन्वेडर्स पंजाब से ही दिल्ली और उस सब की तरफ बढ़ते थे, बिकॉज अलेक्जेंडर भी वहीं से आया था। और उसके बाद पंजाब का लास्ट, वेस्ट पंजाब का लास्ट हिंदू राजा था जयपाल, जो 1025 में हारा था। और ईस्ट पंजाब का जो एरिया है लुधियाना जलंधर तक, ये पृथ्वीराज चौहान के अंडर था जो 1192 में हारा था। तो जब गुरु नानक जी का बर्थ हुआ था तब
वेस्ट पंजाब वाला जो आज पाकिस्तान में है, वो ऑलरेडी मुस्लिम मेजॉरिटी बन चुका था। वो ऑलरेडी 500 साल से अंडर इस्लामिक बन रूल चुका था, था। वो ऑलरेडी मुस्लिम मेजॉरिटी था। वो तो थैंकफुली कि सिख गुरु आए जिन्होंने हिंदूज को, पंजाब के हिंदूज को एक लीडरशिप दी, एक उनको ऑर्गेनाइज करा, और एक ठीक है वो धीरे अलग अलग धर्म बन गया, लेकिन उन्होंने एक तरह से इस्लामाइजेशन को नॉर्थ इंडिया में, पंजाब, हिमाचल, हरियाणा में उन्होंने रोक दिया। बिकॉज जहां पे भी आप देखो, जहां पे भी अनफॉर्चुनेटली जहां पे बुद्धिज्म का ज्यादा इन्फ्लुएंस था ना इंडियन सोसाइटी में, वहां पे अनफॉर्चुनेटली बुद्धिज्म कहीं सर्वाइव नहीं किया एंड पॉपुलेशंस गॉट कन्वर्टेड टू इस्लाम। लेकिन जहां पे हिंदुइज्म और ज्यादा हिंदूज की कंसोलिडेशन हुई, वहां पे हिंदूज वर एबल टू फाइट बैक एंड ये वो तो सिख गुरुज का बहुत बड़ा कंट्रीब्यूशन है इंडियन सिविलाइजेशन को, एटलीस्ट नॉर्थ इंडिया, पंजाब इस वाले एरिया में प्रोटेक्ट करने का, इंडियन कल्चर को एक तरह से। वो अगर ना होते तो खालिस्तानी इज डिफरेंट, वो तो ये दिखाने की कोशिश करते हैं कि हिंद और पंजाब की लड़ाई थी एंड ऑल दिस नॉनसेंस। ब्रिटिश ईस्ट इंडिया कंपनी और पंजाब की लड़ाई थी, और ब्रिटिश इंडिया उस कॉन्क्वेस्ट के बाद एस्टैब्लिश हुआ था कि ये ब्रिटिश इंडिया है। उससे पहले ब्रिटिश ईस्ट इंडिया कंपनी था एंड दे ट्राई डैन भाई और हिम्मत भाई, आपसे मैं पूछना चाहूंगा कि जैसे अभी डैन भाई ने बताया कि ये बौद्धों के क्षेत्र में तो इतनी रेजिस्टेंस नहीं मिली, अब तिब्बत से बौद्ध चले गए, चाइना में कम्युनिज्म आ गया, वहां से बौद्ध चले गए, अफगानिस्तान में बंदूकें लगा लगा के इन्होंने उनकी मूर्तियां तोड़ी हैं। मेरे को ये समझ नहीं आता कि आज की तारीख में बौद्धों की हिंदुओं के साथ ऐसी रिफ्ट क्यों होती है। नहीं है यार, वो हमारे अगेंस्ट ही क्यों खड़े हो गए। वो नहीं है, वो अम्बेडकराइट बुद्धिस्ट, आप उनको नहीं, वो रियल बुद्धिस्ट नहीं है। नहीं, रियल बुद्धिस्ट ਜਿਹੜੇ ਉਹ ਵੀ ਪ੍ਰੋਬਲਮ ਆ। ਓਕੇ, ਮੈਂ ਕਹਿੰਦਾ ਸਿੱਖੀ ਦੀ ਫਿਲਾਸਫੀ ਦੇ ਅੱਗੇ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਦੇ ਅੱਗੇ ਮੈਨੂੰ ਬੁੱਧਾ ਦੀ ਫਿਲਾਸਫੀ ਜ਼ੀਰੋ ਲੱਗਦੀ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਹੜੇ ਲੋਕ ਆ, ਆਈ ਰੀਅਲੀ ਵਾਂਟ ਟੂ ਮੀਟ them, ਤੇ ਮੈਂ ਉਹਨਾਂ ਨਾਲ ਡਿਸਕਸ ਕਰਨਾ ਚਾਹੁੰਦਾ ਵੀ ਤੁਹਾਨੂੰ ਇਹੋ ਜਿਹੀ ਕਿਹੜੀ ਚੀਜ਼ ਬੁੱਧਾ ਦੀ ਤੁਹਾਨੂੰ ਵਧੀਆ ਲੱਗੀ ਆ, ਜਿਹੜੀ ਤੁਹਾਨੂੰ ਬੜੀ, ਮੈਨੂੰ ਤਾਂ ਬੁੱਧ ਦੀ ਕਿਸੇ ਟੀਚਿੰਗ ਦੇ ਵਿੱਚ ਕੋਈ ਐਕਸਟਰਾਆਰਡੀਨਰੀ ਚੀਜ਼ ਨਹੀਂ ਲੱਗਦੀ ਜਿਹੜੀ ਕੋਈ ਉਹਨੇ ਬਹੁਤ ਵਾਓ ਟਾਈਪ ਗੱਲ ਕਰ ਦਿੱਤੀ ਹੋਵੇ। ਕੋਈ ਇੱਕ ਟੀਚਿੰਗ ਦੱਸੋ ਮੈਨੂੰ ਕਿਹੜੀ ਆ ਬੁੱਧਾ ਦੀ। ਤੇ ਦੂਸਰੀ ਗੱਲ ਸਬਰ ਰੱਖਣਾ ਲੜਾਈ ਝਗੜੇ ਤੋਂ ਬਚਣ ਲਈ ਨਾ। another thing one second, ਇੰਡੀਅਨ ਸਬਕੌਂਟੀਨੈਂਟ ਦੇ ਵਿੱਚ ਜਿਹਨੂੰ ਆਪਾਂ ਜੰਬੂ ਦੀਪ ਕਹਿੰਦੇ ਆ, ਠੀਕ ਹੈ ਨਾ, ਅਫਗਾਨਿਸਤਾਨ, ਪਾਕਿਸਤਾਨ, ਆ ਸਾਰਾ ਏਰੀਆ ਜਿੰਨਾ ਵੀ ਆ, ਜਿਹੜੇ ਏਰੀਆ ਅੱਜ ਦੀ ਡੇਟ ਦੇ ਵਿੱਚ ਮੁਸਲਿਮ ਮੈਜੋਰਿਟੀ ਏਰੀਆ ਆ ਨਾ, they used to be Buddhist majority areas. They were all Buddhist dominated. They were all Buddhist dominated. West Punjab, Gandhara, Swat Valley, Afghanistan, वहाँ पे बुद्धिज्म का ज्यादा इन्फ्लुएंस था। ਜਿੰਨਾ ਵੀ ਏਰੀਆ ਨਾ, ਜਿੰਨਾ ਅਫਗਾਨਿਸਤਾਨ ਦਾ ਤੇ ਵੈਸਟ ਵਾਲਾ ਏਰੀਆ, ਇਹ ਸਾਰਾ ਹੀ ਬੁੱਧਿਸਟ ਸੀਗਾ। ਅੱਜ ਦਾ ਜਿਹੜਾ ਬੰਗਲਾਦੇਸ਼ ਹੈ ਨਾ, ਇਹ ਵੀ ਏਰੀਆ ਸਾਰਾ ਬੁੱਧਿਸਟ ਸੀਗਾ। ਸਿਰਫ ਉੱਥੇ ਰੈਜ਼ਿਸਟੈਂਸ ਹੋਈ ਆ ਜਿੱਥੇ ਹਿੰਦੂ ਸਨਾਤਨੀ ਜਿਹੜੇ ਸੀਗੇ ਇਹ ਸੀਗੇ, ਠੀਕ ਨਹੀਂ, ਇਨਫਲੂਐਂਸ ਦੇ ਵਿੱਚ। हाँ, बट नहीं हिम्मत भाई, मैं एक सेकंड सॉरी, मैं ये सोचता हूँ कि फिर इन लोगों की इतनी नफरत हम लोगों से क्यों है, हम सनातनियों से क्यों है। नहीं है भाई, वो नहीं है। आप अम्बेडकराइट बुद्धिस्ट को सीरियसली ले रहे हो, वो नहीं है, सर सिर्फ ये नीले कबूतरों की बात नहीं है, बाकी बहुत भी ऐसे ही हैं। आपको मालूम है, मैं लास्ट ईयर कंबोडिया में जब था तो वहां पर वो शिवलिंग को पीनस बोल रहा था गोरे टूरिस्टों के सामने। तब मैंने उसको बोला था, मैंने कहा बहनचोद क्या बकवास है ये। और वो बड़े फक्र से बोलते हैं कि ये बौद्ध मंदिर है। बौद्ध मंदिर कैसे हो गया वो? लेंस भाई मैं आपको बताता हूं, ये जो बुद्धिस्ट है ना, वो टेंपल था पहले, वो हिंदू टेंपल था, वो एंकोर वाट, और धीरे धीरे वो बुद्धिस्ट फिर टेंपल बन गया। तो ड्यूअल पर्पस टेंपल था, तो वो बुद्धिस्ट टेंपल है आज। वो पहले वहां पे हिंदुइज्म रिलीजन था, और स्लैपिंग ओवरलैप होता रहता था, फिर इवेंचुअली बिकेम बुद्धिस्ट। another thing मैं दादा, ਜੇ ਬੁੱਧਾ ਭਾਰਤੀ ਲੋਕਾਂ ਦੇ ਹੱਥਾਂ 'ਚੋਂ ਕਿਰਪਾਨ ਨਾ ਛਡਾਉਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਰਪਾਨ ਚੱਕਣੀ ਨਾ ਪੈਂਦੀ। हाँ, वो आप कह सकते हैं। ਇਹਨਾਂ ਸਾਲੇ ਮੈਂ ਨਾ ਗਾਂਧੀ ਤੇ ਬੁੱਧਾ ਮੈਨੂੰ ਤਾਂ ਸੇਮ ਕੈਟਾਗਰੀ ਦੇ ਬੰਦੇ ਲੱਗਦੇ ਆ। ਕੋਈ ਸਾਲਾ ਆਣ ਕੇ ਮੈਨੂੰ ਰਿਫਿਊਟ ਕਰਕੇ ਦਿਖਾ ਦੇਵੇ ਕਿ ਮੇਰੀ ਗੱਲ ਸੁਣੋ, ਕੋਈ ਯਾਰ ਸ਼ਾਂਤੀ ਬਿਨਾ ਜੰਗ ਤੋਂ ਆ ਹੀ ਨਹੀਂ ਸਕਦੀ। ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਕੋਲਾ ਫੜਾ ਕੇ ਤੇ ਭਗਤੀ ਕਰਨ ਲਾਤਾ, ਤੁਸੀਂ ਆਪਣੇ ਨੂੰ ਡਿਫੈਂਡ ਕਿੱਦਾਂ ਕਰੋਗੇ ਯਾਰ। बट बुद्धा की फिलोसफी, मेरी बात सुनो भाई, मेरी बात सुनो। बुद्धा की फिलोसफी है कि तुम सब कुछ छोड़ छाड़ के ते जो तुम जंगल जाके रब नूं पाउण ਲੱਗ ਪਓ। ਉਹ ਸਾਲਿਓ ਇਸ ਤਰ੍ਹਾਂ ਨਾਲ ਦੁਨੀਆ ਖਤਮ ਹੋ ਜਾਊਗੀ ਜੇ ਤੁਸੀਂ ਗ੍ਰਸਤ ਜੀਵਨ ਨੂੰ ਨਹੀਂ ਬਤੀਤ ਕਰੋਗੇ। ਇਹ ਤਾਂ ਮਸਕੀਨ ਹੋਣਾ ਨੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਸੀਗਾ ਕਿ ਜੇ ਪੂਰੀ ਦੁਨੀਆ ਬੁੱਧਿਜ਼ਮ ਦੀ ਫਿਲੋਸਫੀ ਉੱਤੇ ਯਕੀਨ ਕਰਨ ਲੱਗ ਪਏ, ਉਹ ਵਿਦਿਨ 100 ਇਅਰਸ, ਛੱਡੋ ਵਿਦਿਨ 50 ਇਅਰਸ ਪੂਰੀ ਦੁਨੀਆ ਖਤਮ ਹੋ ਜਾਣੀ ਆ।
अरे भाजी जानवर मर जाने, बंदे छोड़ो जानवर मर जाने। बुद्धिज्म ਦੀ ਫਿਲਾਸਫੀ ਜੇ ਪੂਰੀ ਦੁਨੀਆ ਫੋਲੋ ਕਰਨ ਲੱਗ ਪਏ ਨਾ ਵਿਦਨ 50 ਇਅਰਸ ਦੁਨੀਆ ਵਾਈਪ ਆਊਟ ਹੋ ਜਾਣੀ ਆ, ਖਤਮ ਹੋ ਜਾਣੀ ਦੁਨੀਆ। हिम्मत भाई मतलब I would say डैन भाई हाँ एक मिनट लिसन, पता है क्या बात है कि ये जो खालिस्तानियों का भी एक अलायंस बन रहा है बुद्धिस्ट के साथ, आपको पता है? यंग सिख लोग है ना, उनको बुद्धिस्ट लोग हिंदुओं के खिलाफ भड़काते हैं। ਐਗਜ਼ੈਕਟਲੀ ਉਹੀ ਤਾਂ ਇਹ ਮੁੰਡਾ ਕਹਿ ਰਿਹਾ ਥੋੜੀ ਦੇਰ ਪਹਿਲਾਂ ਨੀਲੇ ਕਬੂਤਰ ਦੀ ਗੱਲ ਕਰ ਰਿਹਾ ਸੀ ਨਾ, ਉਹੀ ਹੈ ਮੈਨੂੰ ਲੱਗਦਾ ਹੈ। those are not real Buddhists, वो Ambedkarites हैं, those are different, उनका एक political ideology है, that is not real Buddhism। Dandev, there is a problem with बुद्धिज्म की आइडियोलॉजी के साथ ही वो प्रॉब्लम है बुद्धिज्म की। you know the Buddhists also hate Hindus, but not the Chinese or Japanese Buddhists। one second, बुद्धा ने वेदों को रिफ्यूट किया था ना, बुद्धा डिस्कार्ड द वेदास, बुद्धा ने वेदा, but you cannot say वो hatred है। no one second, the moment बुद्धा डिस्कार्ड द वेदास, उसने गुरबाणी के अगेंस्ट बात की है। तुम्हें पता है कि गुरबाणी जो है, गुरबाणी गुरु ग्रंथ साहब वेदों को प्रेज करते हैं। गुरबाणी कहती है कि जो बंदा वेदों को डिस्कार्ड करता है वो मूर्ख है। नहीं, बट व्हाट आई वाज सेइंग, ठीक है, बुद्धा का अपना एक मूवमेंट था, उनके अपने आइडियाज थे, लेकिन हाँ जो डीमिलिटराइजेशन जो इंडियन सोसाइटी की एक तरह से हो गई थी बिकॉज ऑफ मैसिव इन्फ्लुएंस ऑफ बुद्धिज्म हुआ, वही जो पॉइंट था कि जो बुद्धिस्ट एरियाज थे इंडियन सबकॉन्टिनेंट में, वहां पे कोई रेजिस्टेंस नहीं हुई। अफगानिस्तान 100 साल के अंदर इट बिकेम इस्लामिक। वेस्ट पंजाब, गांधारा, स्वॉट वैली, जहाँ पे वो ग्रेको बुद्धिस्ट आर्टिस्ट कल्चर मिलता है, सारा वाज टोटली वाइप्ड आउट। जहाँ पे हिंदू मेजॉरिटी थी और बुद्धिस्ट पूरी तरह से हिंदूज के ऊपर डिपेंड करते थे फॉर सर्वाइवल। जैसे ही हिंदू राजा अगर हार भी जाते थे तो बुद्धिस्ट के पास कोई इंस्टीट्यूशन नहीं था, मोनास्ट्रीज नहीं थी जो उनको कोई सपोर्ट कर सके, तो दे वर टोटली कन्वर्टेड टू इस्लाम। बांग्लादेश में भी लास्ट पाला एम्पायर था दैट वाज डिस्ट्रॉयड बाय मुस्लिम्स आई थिंक, एंड वहां पे भी इस्लामिक इस्लाम, जहां वहां पे एक्चुअल में लोग कहेंगे कास्ट सिस्टम, मैं नहीं कास्ट सिस्टम को सपोर्ट करता हूँ, गलत है, लेकिन कास्ट सिस्टम की वजह से एक्चुअल में जो सोशल ये आइडेंटिटीज इतनी ज्यादा डीपली एंट्रेंच्ड थी इंडियन सोसाइटी में, इस वजह से हिंदुइज्म एक्चुअली वाज एबल टू सर्वाइव, क्योंकि हिंदुइज्म एक इंस्टीट्यूशनल रिलीजन नहीं था और बुद्धिज्म एक इंस्टीट्यूशनल रिलीजन था, और इस वजह से बुद्धिज्म बच नहीं पाए। यही ज़ोरोआस्ट्रियनिज्म के साथ हुआ था ईरान में, क्योंकि वो भी पूरी तरह से स्टेट के ऊपर डिपेंडेंट था। हिंदुइज्म, सिखिज्म स्टेट के ऊपर डिपेंडेंट नहीं है यार। very Sikhs were very less in numbers, okay, but still they managed to survive and still they fought back, okay। there is a time ਜਦੋਂ ਮੀਰ ਮੰਨੂ ਨੇ ਕਿਹਾ ਸੀਗਾ ਕਿ ਕੋਈ ਸਿੱਖ ਨਹੀਂ ਬਚਿਆ ਨਾਰਥ ਇੰਡੀਆ ਦੇ ਵਿੱਚ, ਦੈਨ 2 ਸਿੱਖ ਆਏ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹਨਾਂ ਨੂੰ ਪਤਾ ਸੀਗਾ ਅਸੀਂ ਜੇ ਮੇਨ ਰੋਡ ਖੜੇ ਹੋਵਾਂਗੇ, ਰੋਡ ਦੇ ਉੱਤੇ ਲੋਕਾਂ ਕੋਲ ਟੈਕਸ ਲੈਣਾ ਸ਼ੁਰੂ ਕਰਾਂਗੇ ਆਪਣੇ ਐਜ਼ ਅ ਸਿੱਖ ਹੋਣ ਦੇ ਨਾਤੇ,